अस्सलाम वालेकुम। वालेकुम सलाम। भाईजान की हाल है ਤੁਹਾਡਾ? ठीक ठाक शुक्र है अल्लाह दा। ਕੀ ਨਾਮ ਹੈ ਮੇਰੇ ਭਾਈ ਦਾ? बास गिल ਅब्ਬਾਸ ਗਿੱਲ ਸਾਹਿਬ, ਕਿਹੜਾ ਪਿੰਡ ਹੈ? म्याणी। ਮਿਆਣੀ। हाँ जी। ਸਰ ਕਿੰਨੀ ਦੇਰ ਤੋਂ ਤੁਸੀਂ ਜਾਨਵਰਾਂ ਦਾ ਕੰਮ ਕਰ ਰਹੇ ਹੋ? 10-12 साल तो 10-12 ਸਾਲਾਂ ਦਾ ਮੈਂ ਅੱਛਾ, ਜਦੋਂ ਦੇ ਕੰਮ ਕਰਨ ਲੱਗਾ। ਠੀਕ ਹੋ ਗਿਆ। ਤੇ ਹੁਣ ਮਾਸ਼ਾਅੱਲਾ ਭਾਈ ਦੀ ਕੀ ਉਮਰ ਹੈ? 40 ਦੇ ਲੱਗੇ। ਯਾਨੀ ਤੁਹਾਨੂੰ ਲਗਭਗ 30 ਸਾਲ ਹੋ ਗਏ ਨੇ 30 ਕੰਮ ਸਾਲ ਕਰਦੇ ਹੋ ਬੜੀ ਗੱਲ ਹੈ ਜੀ ਮਾਸ਼ਾਅੱਲਾ। 30 ਸਾਲਾਂ ਦੇ ਵਿੱਚ ਤੁਸੀਂ ਇਸ ਕੰਮ ਨੂੰ ਕਿਸ ਤਰ੍ਹਾਂ ਦਾ ਪਾਇਆ? ਸੱਚੀ ਤੇ ਖਰੀ ਗੱਲ ਕਰਨੀ। ਅੱਜ ਤੋਂ 2002 ਦੇ ਵਿੱਚ ਇਹਦੇ 'ਚ ਕੁਝ ਬਚਤ ਹੈ ਹੀ। ਜਿਉਂ ਮਹਿੰਗਾਈ ਚੜ੍ਹਨ ਲੱਗੀ, ਜਿਉਂ ਚੜ੍ਹਨ ਲੱਗੀ, ਹੁਣ ਇਹਦੇ 'ਚ ਬਚਤ ਕੋਈ ਨਹੀਂ ਰਹੀ। ਅੱਛਾ, ਠੀਕ ਹੈ। ਪੈਰੋ ਪੈਰ ਮਹਿੰਗਾਈ, ਪੈਰੋ ਪੈਰ ਮਹਿੰਗਾਈ ਪੇਸ਼ ਨਹੀਂ ਜਾਂਦੀ ਬਸ। ਹੂੰ। ਦੁੱਧ ਦਾ ਰੇਟ ਉਹੀ 100 ਰੁਪਏ। ਪਾਊਡਰ ਵਾਲਿਆਂ ਲੋਕਾਂ ਦੀ ਤਬਾਹੀ ਕੀਤੀ। ਸਾਨੂੰ ਜ਼ਾਤੀ ਘਰ 100 ਤੋਂ ਉੱਤੇ ਦੁੱਧ ਪੈਂਦਾ। ਅੱਛਾ, ਠੀਕ ਹੈ। ਇਹ ਸਿਰਫ ਘੁੰਮਤ ਨਹੀਂ ਸਾਥ ਪੇ ਦਿੰਦੀ, 2 ਨੰਬਰੀਆਂ ਚੱਲਦੀਆਂ ਨੇ ਜਿੱਥੋਂ ਇਸ ਚੀਜ਼ ਦਾ ਰੇਟ ਨਹੀਂ ਵੱਧਦਾ। ਪੱਠਾ ਬੜਾ ਮਹਿੰਗਾ, ਤੂੜੀ ਬੜੀ ਮਹਿੰਗੀ। ਹੂੰ। ਇਹਦੇ 'ਚ ਹੁਣ ਬਚਤ ਕੋ ਨਹੀਂ, ਐਵੇਂ ਸਿਰਫ ਵਕਤ ਨੂੰ ਧੱਕਾ ਦੇਣ ਵਾਲੀ ਗੱਲ। ਲੇਕਿਨ ਫਾਰਮਰ ਕਰੇ ਤੇ ਕੀ ਕਰੇ? ਹਰ ਕੰਮ ਤੇ ਕਰਨਾ ਹੈ। ਕਿਸ ਤਰ੍ਹਾਂ ਫਿਰ ਕਰੇ ਮਹਿੰਗਾਈ ਦੇ ਵਿੱਚ? ਮਹਿੰਗਾਈ ਇਹਦੀ ਇੱਕੋ ਹੀ ਇਹਦਾ ਹੱਲ ਹੈ, ਸਿਰਫ ਤੂੜੀ ਤੋਂ ਇਲਾਵਾ ਪੱਠਾ, ਤੂੜੀ ਵੀ ਮੁੱਲ ਦੀ ਪੈਂਦੀ ਹੈ। ਜੀ, ਠੀਕ ਹੈ। ਪਰਾਲੀ ਪਾ ਕੇ ਮਾਲ ਦਾ ਰਹਿੰਦਾ ਕੁਝ ਨਹੀਂ, ਬਰਬਾਦੀ ਹੁੰਦੀ ਹੈ ਮਾਲ ਦੀ। ਠੀਕ ਹੈ। ਠੀਕ ਹੈ। ਤੂੜੀ ਕਮਾਦ, ਇਹ ਪੱਠਾ ਮਿਲੇ ਮਾਲ ਨੂੰ, ਮਾਲ ਦਾ ਇੱਕ ਮਾਲ ਵੀ ਖੁਸ਼ਹਾਲ ਰਹਿੰਦਾ, ਮਾਲਕ ਵੀ ਖੁਸ਼ਹਾਲ, ਦੁੱਧ ਦੀ ਮਕਦਾਰ ਵੱਧਦੀ ਇਹਦੀ। ਸਹੀ ਹੈ। ਠੀਕ ਹੈ। ਤੇ ਇਹ ਪਾਊਡਰ ਵਾਲਾ ਕੰਮ ਕਦੋਂ ਦਾ ਮਾਰਕੀਟ 'ਚ ਆਇਆ? ਇਹ ਬੜੇ ਚਿਰ ਦਾ। ਤੇ ਕਿਆ ਕੋਈ ਇਹਦੇ ਖਿਲਾਫ ਐਕਸ਼ਨ ਨਹੀਂ ਲਿਆ ਗਿਆ? ਲੈਂਦੇ ਜੇ ਜਿਹੜੀ ਉਹ ਰੰਗੀਲੇ ਦੀ ਕੁੜੀ ਹੈ ਡਾਕਟਰ, ਇਹ ਫੜਦੀ ਹੈ, ਫੇਰ ਵਾਮ ਉਹੀ ਕੰਮ ਕਰਦੀ ਹੈ। ਠੀਕ ਹੋ ਗਿਆ। ਤੇ ਰੇਟ ਤੁਹਾਡਾ ਦੁੱਧ ਦਾ ਨਹੀਂ ਵੱਧਦਾ ਪਿਆ? ਉਹੀ ਹੈ। ਉਹੀ ਰੇਟ ਹੈ। ਅੱਛਾ, ਜ਼ਰਾ ਹੁਣ ਸਾਨੂੰ ਇਹ ਦੱਸਿਓ ਕਿ ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਨੇ, ਮੱਝਾਂ ਤੇ ਗਾਵਾਂ ਦੋਏ ਪਾ ਕੇ? 5 ਗਾਈਆਂ ਨੇ ਤੇ 12 ਮੱਝਾਂ ਨੇ। ਗਾਈਆਂ ਕਿਹੜੀ ਨਸਲ ਦੀਆਂ ਨੇ? ਫਰੀਜ਼ੀਅਨ। ਫਰੀਜ਼ੀਅਨ। ਇਹ ਘਰ ਦੀਆਂ ਨੇ ਜਾਂ ਲਈਆਂ ਸਨ, ਆਪਣੀ ਆਪੀ ਨਸਲ ਬਣਾਈ ਹੈ ਜਾਂ? ਇਹ 2 ਗਾਈਆਂ ਹਮੁੱਲ ਲਈਆਂ, ਬਕਾਇਆ ਘਰ ਦੀਆਂ। ਠੀਕ ਹੋ ਗਿਆ। ਗਾਈਆਂ ਦੀ ਕੀ ਐਵਰੇਜ ਹੈ ਦੁੱਧ ਦੀ? ਜ਼ਿਆਦਾ ਤੋਂ ਜ਼ਿਆਦਾ ਔਰ ਘੱਟ ਤੋਂ ਘੱਟ? 20-25। ਠੀਕ ਹੈ। ਆਮ ਗਾਈ 15-16 ਕਿਲੋ। ਸਹੀ ਹੋ ਗਿਆ। ਮੱਝਾਂ ਤੁਹਾਡੇ ਕੋਲ ਕਿੰਨੀਆਂ ਨੇ ਔਰ ਕਿਹੜੀ ਨਸਲ ਦੀਆਂ ਨੇ? ਸਾਡੇ ਕੋਲ ਮਈਆਂ ਨੇ ਚੀਚਾ ਵਤਣੀ ਦੀਆਂ ਤੇ ਨੀਲੀ ਰਾਵੀ ਦੀਆਂ ਨੇ। ਠੀਕ ਹੈ। ਤੇ ਮਹੀਂ ਦੀ ਮਕਦਾਰ ਆਉਂਦੀ ਹੈ 10 ਕਿਲੋ ਤੋਂ ਵੱਧ ਨਹੀਂ ਦਿੰਦੀ। ਕੁਝ ਲੋਕ ਤੇ ਕਹਿੰਦੇ ਨੇ ਕਿ 18 20 ਕਿਲੋ ਦੁੱਧ ਉਹ ਕਰਦੀਆਂ। ਮਈਆਂ ਅੱਛੀ ਨਸਲ ਦੀਆਂ ਹੁੰਦੀਆਂ ਨੇ, ਉਹ ਦਿੰਦੀਆਂ ਨੇ। ਆਮ ਮਹੀਂ ਦੁੱਧ ਨਹੀਂ ਦਿੰਦੀ ਇੰਨਾ। ਠੀਕ ਹੈ। ਤੇ ਤਦਾਦ ਕਿੰਨੀ ਹੈ ਤੁਹਾਡੇ ਕੋਲ ਮੱਝਾਂ ਦੀ? 12 ਮੱਝਾਂ ਨੇ। ਤੇ ਛੋਟੇ ਮੋਟੇ ਜਾ ਪਾ ਕੇ ਤੇ 15-16 ਬਣ ਜਾਂਦੀਆਂ। ਠੀਕ ਹੈ। ਯਾਨੀ ਤੁਹਾਡੇ ਕੋਲ ਇਸ ਟਾਈਮ 25 ਤੋਂ 30 ਜਾਨਵਰ ਹੈ? 25 ਹੈ ਜੀ। ਠੀਕ ਹੈ, 25 ਜਾਨਵਰ। 25 ਜਾਨਵਰਾਂ ਤੇ ਤੁਸੀਂ ਕਿੰਨਾ ਇਹਨਾਂ ਵਾਸਤੇ ਪੱਠਾ ਬੀਜਦੇ ਹੋ? 4 ਕਿਲੋ ਸਟਾਲਾ ਬੀਜਿਆ ਜੇ। ਠੀਕ ਹੈ। ਠੀਕ ਹੈ। ਤੇ ਵੀਗਾ ਕਮਾਦ ਜੇ। ਸਹੀ ਹੈ। ਤੇ ਲੱਖ ਤੋਂ ਉੱਤੇ ਪਰਾਲੀ, 1.5 ਲੱਖ ਦੀ ਪਰਾਲੀ ਖਾ ਗਿਆ ਮਾਲ। ਅੱਛਾ। ਠੀਕ ਹੈ। ਹੁਣ ਅੱਗੋਂ ਹੋਈ ਹੈ ਤੂੜੀ ਪੈਣੀ। ਸਹੀ ਹੈ। ਪਰਾਲੀ ਲਿਆਉਣੀ ਬੰਦ ਕੀਤੀ, ਹੁਣ ਤੂੜੀ ਪਾਣੀ ਕਰਨੀ। ਇਹਨਾਂ 25 ਵਿੱਚ ਗਾਈਆਂ ਔਰ ਮੱਝਾਂ ਕਿੰਨੀਆਂ ਲੈ ਰਹੀਆਂ ਨੇ? ਸਾਰਾ ਮਾਲ ਹੀ ਲੈ ਮਾਸ਼ਾਅੱਲਾ। ਤੇ ਦੁੱਧ ਕਿੰਨਾ ਕੁ ਹੋ ਜਾਂਦਾ ਤੁਹਾਡਾ ਦੋ ਦੁੱਧ ਟਾਈਮਾਂ ਦਾ? ਕੋਈ 3 ਕੁ ਮਣ। 3 ਮਣ ਦੁੱਧ ਹੋ ਜਾਂਦਾ। ਤੁਸੀਂ ਦੱਸ ਰਹੇ ਹੋ ਆਫ ਕੈਮਰਾ ਕਿ ਮੇਰੀ ਆਪਣੀ ਵੀ ਸ਼ਾਪ ਹੈ। ਸ਼ਾਪ ਕਿੱਥੇ ਵੇ ਤੁਹਾਡੀ? ਕੱਚੇ ਸ਼ਾਹਪੁਰ। ਤੇ ਦੁੱਧ ਆਪ ਹੀ ਵੇਚਦੇ ਹੋ ਜਾ ਕੇ ਆਪੀ ਉੱਥੇ? ਵੇਚ ਲਏ। ਠੀਕ ਹੈ। ਉਹ ਮੈਨੇਜ ਕਰ ਲੈਂਦੇ ਹੋ? ਡੰਗਰ ਵੀ ਨਾਲ ਸੰਭਾਲਦੇ ਹੋ, ਦੁੱਧ ਵੀ ਆਪ ਹੀ ਵੇਚਦੇ ਹੋ? ਹਾਂਜੀ। ਤੇ 2 ਟਾਈਮ ਦੁੱਧ ਖੜਦੇ ਹੋ? 2 ਟਾਈਮ ਦੁੱਧ ਖੜੀ। ਅੱਛਾ। ਬੜੇ ਸਾਰੇ ਲੋਕ ਜਿਹੜੇ ਨੇ ਉਹ ਦੁੱਧ ਦਾ ਕਾਰੋਬਾਰ ਕਰਦੇ ਨੇ ਲੇਕਿਨ ਆਪੀ ਨਹੀਂ ਵੇਚਦੇ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਆਪੀ ਵੇਚਣ 'ਚ ਜ਼ਿਆਦਾ ਫਾਇਦਾ ਹੈ ਜਾਂ ਦੁੱਧੀਆਂ ਦੇਣ 'ਚ ਫਾਇਦਾ ਹੈ? ਆਪੀ ਵੇਚਣ 'ਚ ਫਾਇਦਾ ਹੈ। ਤੇ ਆਪੀ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਲੈਂਦੇ ਹੋ? ਇੱਥੇ ਨਾਲ ਨੌਕਰ ਰੱਖਿਆ? ਨੌਕਰ ਰੱਖਿਆ ਨਾਲ। ਕਿੰਨੇ ਬੰਦੇ ਰੱਖਿਆ? 1 ਬੰਦਾ ਰੱਖਿਆ ਨਾਲ ਆਪੀ ਕਰਦੇ ਹੋ? ਆਪੀ ਨਾਲ ਕਰ। ਤੇ ਦੁਕਾਨ ਤੇ ਕਿਹੜੇ ਟਾਈਮ ਜਾਂਦੇ ਹੋ ਤੇ ਇੱਥੇ ਕਿਹੜੇ ਟਾਈਮ ਰਹਿੰਦੇ ਹੋ? ਸੁਬਾਹ ਜਾਈਦਾ 7 ਵਜੇ ਖੋਲੀ ਦੀ, 10 ਵਜੇ ਤੱਕ ਉੱਥੇ ਰਹੀਦਾ। ਫਿਰ ਵਾਪਸ ਆ ਜਾਈਦਾ, ਆ ਕੇ ਤੇ ਨਾਲ ਪੱਠੇ ਵੱਢੀ ਦੇ ਮੁਲਾਜ਼ਮ ਦੇ ਨਾਲ। ਫਿਰ ਸ਼ਾਮੀ 4 ਵਜੇ ਚੁਆਈ ਕਰਨੀ, 5:30 ਪੌਣੇ 6 ਦੁਕਾਨੇ ਟੁਰ ਜਾਣਾ, 9 9:30 10 ਵਾਪਸ ਆ ਜਾਈਦਾ। ਉਹ ਤੁਹਾਡੇ ਪਿੱਛੋਂ ਫਿਰ ਡੰਗਰਾਂ ਦਾ ਰਖਵਾਲੀ ਉਹ ਕਰਦਾ? ਫਿਰ ਵਾਪਸੀ ਡੇਰੇ ਤੇ ਆ। ਠੀਕ। ਹੋਰ ਘਰ ਦਾ ਕੋਈ ਫਰਦ ਨਹੀਂ ਇਹਦੇ ਵਿੱਚ ਸ਼ਾਮਲ? ਨਹੀਂ, ਹੋਰ ਕੋਈ ਨਹੀਂ।
ਠੀਕ ਹੋ ਗਿਆ। ਅੱਛਾ, ਤੁਸੀਂ ਬੜੀ ਜ਼ਬਰਦਸਤ ਗੱਲ ਦੱਸੀ ਹੈ ਕਿ ਤੁਸੀਂ ਆਪ ਹੀ ਦੁਕਾਨ ਤੇ ਜਿਹੜਾ ਨਾ ਸਾਰਾ ਹਾਂਜੀ ਕਰ ਰਹੇ ਹੋ ਕੰਮ। ਤੇ 3 ਮਣ ਜਿਹੜਾ ਦੁੱਧ ਹੈ ਉਹ ਸਿਰਫ ਦੁੱਧ ਕਰਕੇ ਵੇਚਦੇ ਹੋ, ਨਾਲ ਦਹੀਂ ਸ਼ਹੀਂ ਬਣਾ ਕੇ ਵੇਚਦੇ ਹੋ? ਦਹੀਂ ਵਿੱਚ ਤੁਹਾਡਾ ਦੁੱਧ ਸ਼ਹਿਰ ਕਿਹੜੇ ਰੇਟ ਤੋਂ ਵਿਕਦਾ ਪਿਆ? 100 ਰੁਪਏ। ਵੱਧ ਨਹੀਂ, ਕਿਉਂਕਿ ਤੁਸੀਂ ਹਾਲਸ ਵੇਚਣ ਦੇ ਹੋ ਆਪਣਾ ਘਰ। ਲੋਕੀ ਆਉਂਦੇ ਨੇ ਜੀ ਰੇਟ ਹੋਈਏਗੀ। ਅੱਛਾ ਠੀਕ ਹੈ, ਜਦੋਂ ਗਵਰਨਮੈਂਟ ਦਾ ਰੇਟ 90 ਰੁਪਏ ਤੁਸੀਂ ਕਿਉਂ ਵੇਚਦੇ ਹੋ? ਅੱਛਾ। ਅਸੀਂ ਉਹਨਾਂ ਨੂੰ ਆਨੇ ਸਾਡਾ ਦੁੱਧ ਅੱਛਾ ਹੈ, ਆਪਣਾ ਜ਼ਾਤੀ ਹੈ, ਤੇ ਅਸੀਂ ਤਾਂ 100 ਵੇਚਦੇ। ਵੈਸੇ ਸ਼ਹਿਰ ਦੇ ਵਿੱਚ ਤੇ 120 ਰੁਪਏ ਰੇਟ ਹੈ ਭਾਈ ਜੀ ਨਹੀਂ, ਗਵਰਨਮੈਂਟ ਦਾ ਰੇਟ 90 ਰੁਪਏ। ਠੀਕ ਹੋ ਗਿਆ। ਤੇ ਤੁਹਾਡਾ ਮਾਸ਼ਾਅੱਲਾ 3 ਮਣ ਦੁੱਧ ਹੈ, ਹਾਂਜੀ। ਉਹ ਕਿੰਨੇ ਦਾ ਵਿਕ ਗਿਆ ਤੁਹਾਡਾ ਡੇਲੀ ਦਾ? ਜੇ 2.5 ਮਣ ਹੋਏ ਤੇ 10,000 ਦਾ, ਅੱਛਾ, ਤੇ ਉੱਤੇ ਟੁਰ ਜੋ 2,000 ਦਾ ਲਾ ਲਓ। ਯਾਨੀ 12,000 ਰੁਪਏ ਦਾ 12,000 ਤੁਹਾਡਾ ਦਾ ਸੇਲ ਤੁਹਾਡੀ ਹੋਈ ਜਾਂਦੀ ਸੇਲ ਹੈ। ਹੋਈ ਹੈ। ਉਸ 12,000 ਚ ਤੁਸੀਂ ਡੰਗਰਾਂ ਤੇ ਕੀ ਲਾਉਂਦੇ ਹੋ? ਡੰਗਰਾਂ ਦੇ 4,000 ਦਾ ਵੰਡਾ ਚ। ਅੱਛਾ, ਠੀਕ ਹੈ, ਡੇਲੀ ਵੰਡਾ ਖਾ ਛੱਡਦੀਆਂ ਨੇ 4,000 ਦਾ ਵੰਡਾ ਖਾਈ ਜਾਂਦੇ। ਇਹ ਸਾਰਾ ਕਾਟੂ ਮਾਲ ਵੀ ਜਿਹੜਾ ਵਿੱਚ ਛੋਟਾ ਵੇ ਸਾਰੇ ਨੂੰ ਹਾਂ 4,000 ਦਾ। ਐ ਤੇ ਨਹੀਂ ਕਰਦੇ ਕਿ ਸਿਰਫ ਦੁੱਧ ਦੇਣ ਵਾਲੀ ਨਾ ਵੰਡਾ ਨਹੀਂ, ਪਾਉਂਦੇ? ਸਾਰੇ ਮਾਲ ਨੂੰ ਪਾਈ ਦੇ। ਬੜੀ ਅੱਛੀ ਗੱਲ ਹੈ, ਜ਼ਿੰਦਾਬਾਦ। ਤੇ ਵੰਡੇ ਚ ਕੀ ਪਾਉਂਦੇ ਪਏ? ਖਾਲ ਆਸਟ੍ਰੇਲੀਅਨ ਵੰਡਾ ਪਾਈ ਦਾ। ਅੱਛਾ, ਠੀਕ ਆਸਟ੍ਰੇਲੀਅਨ ਵੰਡਾ ਜਿਹੜਾ ਬਾਜ਼ਾਰੀ ਹੈ ਬਣਿਆ ਬਣਾ, ਬਾਜ਼ਾਰੀ ਬਣਿਆ। ਉਹਦਾ ਕੀ ਰਿਜ਼ਲਟ ਹੈ? ਠੀਕ ਅੱਛਾ ਹੈ। ਕੰਪਨੀ ਦਾ ਨਾਮ? ਕੰਪਨੀ ਦਾ ਨਾਮ ਉੱਤੇ ਲਿਖਿਆ ਆਸਟ੍ਰੇਲੀਅਨ। ਬਸ ਆਸਟ੍ਰੇਲੀਅਨ ਲਿਖਿਆ, ਆਸਟ੍ਰੇਲੀਅਨ। ਬਣਦਾ ਪਾਕਿਸਤਾਨ ਚ ਪਿਆ, ਫਾਰਮੂਲਾ ਆਸਟ੍ਰੇਲੀਅਨ ਹੋਣਾ। ਹਾਂ। ਅੱਛਾ, ਉਹਦਾ ਕੀ ਰਿਜ਼ਲਟ ਹੈ? ਅੱਛਾ, ਉਹਦੇ ਨਾਲ ਦੁੱਧ ਦਿੰਦੀਆਂ ਨੇ ਜਾਂ? ਚੌਖਰ ਤੇ ਖੌਰ ਲਾ ਕੇ ਪਾਈਏ ਫੇਰ ਪਿਆ ਮਾਲ ਖਾਂਦਾ, ਖਲ ਨਹੀਂ ਖਾਂਦੇ। ਖਲ ਦੇ ਵੀ 2 ਨੰਬਰ ਹੀ। ਅੱਛਾ, ਠੀਕ ਹੈ, ਯਾਨੀ ਜਿਹੜੀ ਖਲ ਹੁਣ ਆ ਰਹੀ ਹੈ ਤੁਹਾਡੀ ਨਜ਼ਰ 'ਚ 1 ਨੰਬਰ ਨਹੀਂ ਹੈ? ਨਹੀਂ ਆ ਤੋ ਜਾਨਵਰ ਨਹੀਂ ਖਾਂਦਾ, ਕਿਉਂਕਿ ਜਾਨਵਰ ਤੋਂ ਪਤਾ ਚੱਲ ਜਾਂਦਾ। ਪਤਾ ਚੱਲ ਗਿਆ। ਠੀਕ ਹੈ, ਜ਼ਿੰਦਾਬਾਦ। ਵੰਡੇ ਤੁਸੀਂ ਦੱਸਿਆ ਕਿ ਤੁਸੀਂ ਆਸਟ੍ਰੇਲੀਅਨ ਵੰਡਾ ਪਾ ਰਹੇ ਹੋ, ਹਾਂਜੀ। ਨਾਲ ਥੋੜਾ ਚੋਕਰ ਸ਼ੋਕਰ ਪਾ ਰਹੇ ਹੋ। ਹਾਂਜੀ। ਇਸ ਤੋਂ ਇਲਾਵਾ ਤੇ ਨਹੀਂ ਕੁਝ ਪਾਉਂਦੇ ਰੋਟੀਆਂ ਜਾਂ ਗਰਮੀ- ਕਣਕ? ਨਹੀਂ ਨਹੀਂ, ਕੋਈ ਰੋਟੀ ਨਹੀਂ ਪਾਈਦੀ। ਗਰਮੀਆਂ ਦੇ ਵਿੱਚ ਕੌੜੀ ਖਲ ਠੀਕ ਹੈ, ਤੇ ਕਣਕ ਦਲਾ ਕੇ। ਠੀਕ ਹੋ ਗਿਆ। 4,000 ਤੁਹਾਡਾ ਆ ਗਿਆ ਵੰਡੇ ਤੇ ਖਰਚ। ਹਾਂਜੀ। ਇਸ ਤੋਂ ਇਲਾਵਾ ਕਿਹੜਾ ਖਰਚ? ਇਸ ਤੋਂ ਇਲਾਵਾ ਨੌਕਰ ਦੀ ਤਨਖਾਹ ਕਿੰਨੀ? 20,000। ਅੱਛਾ, 15,000 ਨਹੀਂ ਹੈ ਤੇ ਆਮ ਚੱਲਦਾ? ਭਾਜੀ 20,000 ਰੁਪਏ। ਨੌਕਰ ਕਿੱਥੋਂ ਮੰਗਾਇਆ ਜੀ? ਇਹ ਬੁਰੇ ਵਿਹਾੜੀ ਦਾ। ਤੇ 20,000 ਤੋਂ ਇਲਾਵਾ ਵੀ ਖਰਚ ਉਹਦਾ ਕੋਈ? ਹੋਰ ਉਹਦਾ ਖਰਚਾ ਕੋਈ ਨਹੀਂ, ਉਹਨਾਂ ਕੋਈ ਨਹੀਂ ਇਲਾਵਾ ਮਾਫੀ ਦੇ। ਯਾਨੀ ਤੁਸੀਂ ਨਹੀਂ ਸਮਝਦੇ ਉਹ ਰੋਟੀ ਛੋਟੀ ਦੇਣਾ ਉਹਨੂੰ? ਇਹੀ ਨਹੀਂ ਸਮਝ। ਜ਼ਿੰਦਾਬਾਦ, ਬੜੀ ਅੱਛੀ ਗੱਲ ਹੈ। ਤੇ ਵਿੱਚ 20,000 ਮਹੀਨੇ ਦਾ ਤੇ ਇਹ ਖਰਚਾ ਆ ਗਿਆ ਨਾ? ਹਾਂਜੀ, ਉਹ ਹੋਰ ਕੋਈ ਖਰਚਾ ਨਹੀਂ। ਠੀਕ ਹੋ ਗਿਆ। ਬਿੱਲ ਬੜਾ ਮਹਿੰਗਾ ਹੋ ਗਿਆ। ਬਿੱਲ ਬਿੱਲ ਡੇਰੇ ਬਿਲਕੁਲ ਦਾ ਡਬਲ ਹੋ ਹੁੰਦਾ ਗਿਆ। 4,000 5,000 ਡੇਰੇ ਦਾ ਬਿੱਲ ਹੁੰਦਾ। ਤੇ ਚਲਾਉਂਦੇ ਸਿਰਫ ਤੁਸੀਂ ਟੋਕਾ ਸ਼ੋਕਾ ਹੀ ਹੋ ਬਸ? ਟੋਕਾ ਤੇ ਜਾਂ ਪੱਖੇ ਚੱਲਦੇ ਨੇ ਬਸ। ਠੀਕ ਹੋ ਗਿਆ। ਯਾਨੀ ਤੁਸੀਂ ਸਮਝ ਰਹੇ ਹੋ ਕਿ ਤੁਹਾਡਾ ਦਿਹਾੜੀ ਦਾ ਅਗਰ 10,000 ਦਾ ਦੁੱਧ ਵਿਕ ਰਿਹਾ ਹੈ ਹਾਂ, ਤੇ ਤੁਹਾਡਾ ਕੋਈ 5-6,000 ਇਸ ਟਾਈਮ ਡੰਗਰਾਂ ਤੇ ਲੱਗ ਰਿਹਾ? 6,000 7,000 ਪੱਕਾ ਲੱਗਦਾ। ਅੱਛਾ, ਹਾਂਜੀ, ਜੇ ਪਰਾਲੀ ਲਿਆ ਕੇ ਕੰਡੇ ਤੋਂ ਪਾਈਏ ਤਾਂ ਫੇਰ ਪੂਰ ਵੀ ਨਹੀਂ ਜਾਂਦਾ। ਨਹੀਂ, ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਤੁਸੀਂ ਦੱਸ ਦਿਓ ਕਿ 3 ਮਣ ਦੁੱਧ ਹੁੰਦਾ ਹੈ, 12,000 ਤੇ ਉਹ ਮਿਲ ਗਿਆ ਨਾ, ਹਾਂਜੀ। 7-8,000 ਤੁਹਾਡਾ ਖਰਚਾ ਆਈ ਜਾਂਦਾ। ਚਲੋ 8,000 ਵੀ ਲਾ ਲਓ, ਫਿਰ ਵੀ ਕੋਈ 4,000 ਬਚ ਹੀ ਜਾਂਦਾ। ਤੇ ਭਾਜੀ ਹੋਰ ਇਹਨਾਂ ਦੇ ਉਤਲਾ, ਇਹਨਾਂ ਨੂੰ ਲੂਣ ਮਸਾਲਾ ਕਿੱਥੋਂ ਦੇਣਾ ਜੀ? ਡਾਕਟਰ ਨੂੰ ਪੈਸੇ ਦੇਣੇ ਹੁੰਦੇ ਨੇ 500। ਇਹ ਆਮ ਟੀਕਾ ਲਾਉਣ ਹੁੰਦਾ ਡਾਕਟਰ ਨਸ਼ਾ ਕਸ਼ੀ ਦਾ, ਉਹ 1000 ਲਾਈਏ ਦਾ। ਅੱਛਾ, ਹਾਂਜੀ। ਤੇ ਗਵਰਨਮੈਂਟ ਦਾ ਹਸਪਤਾਲ ਨਹੀਂ ਇੱਥੇ? ਨਹੀਂ, ਤੇ ਗਵਰਨਮੈਂਟ ਦਾ ਹੈ ਤਾਂ ਉੱਥੇ ਹਸਪਤਾਲ ਫੜ ਕੇ ਕਿਹੜਾ ਇੱਕ ਮੈਂ ਫੜ ਕੇ ਬੰਦਾ ਸਾਰੀ ਦਿਹਾੜੀ ਟੁਰਿਆ ਰੇ। ਠੀਕ ਹੈ। ਹੋਰ ਕਿਹੜੇ ਕਿਹੜੇ ਮਸਾਇਲ ਦਾ ਤੁਹਾਨੂੰ ਇਸ ਟਾਈਮ ਸਾਹਮਣਾ ਜਿਹੜਾ ਤੁਸੀਂ ਆਵਾਮ ਨਾਲ ਸ਼ੇਅਰ ਕਰਨਾ ਚਾਹੋ? ਹੋਰ ਕਿਸੇ ਚੀਜ਼ ਸਿਰਫ ਅਸੀਂ ਇਸ ਚੀਜ਼ ਤੇ ਐਗਰੀ ਆ, ਜਿਹੜੀ ਮਹਿੰਗਾਈ ਹੋ ਗਈ ਹੈ, ਮਹਿੰਗਾਈ ਨੇ ਸਮਝ ਨਹੀਂ ਆਉਣ ਦਿੰਦੀ ਲੋਕਾਂ ਨੂੰ। ਨਹੀਂ ਪਛਾਣ ਇਹ ਚੀਜ਼ ਅੱਛੀ ਵੇਚਦਾ ਜਾਂ ਬੁਰੀ ਵੇਚਦਾ, ਲੋਕਾਂ ਨੂੰ ਪਛਾਣ ਨਹੀਂ। ਠੀਕ ਹੋ ਗਿਆ, ਸਹੀ ਹੈ। ਅੱਛਾ, ਹੁਣ ਇਹ ਦੱਸੋ ਕਿ ਜਦ ਤੁਸੀਂ ਇਹ ਡੇਰਾ ਬਣਾਇਆ ਮਾਸ਼ਾਅੱਲਾ, ਹਾਂਜੀ। ਇਹ ਕਿੰਨੀ ਦੇਰ ਪਹਿਲੇ ਬਣਾਇਆ ਹਜੇ? ਇਹ ਪਹਿਲਾਂ ਉਹ ਮੇਰੇ ਬਜ਼ੁਰਗਾਂ ਦੇ ਹੱਥਾਂ ਦਾ ਪਹਿਲਾ ਥਾਂ ਬਣਿਆ। ਠੀਕ ਹੋ, ਜਿਹੜਾ ਪਿੱਛੇ ਨਜ਼ਰ ਆ ਰਿਹਾ ਪਿੱਛੇ ਇਹ ਹੁਣ ਮੇਰੇ ਭਾਈ ਨੇ ਸਊਦੀਆ। ਠੀਕ ਹੈ, ਤੇ ਇਹ ਉਹਨਾਂ ਦੀ ਮਿਹਰਬਾਨੀ ਹੈ। ਸਹੀ ਹੈ। ਠੀਕ ਹੈ। ਹੋਰ ਜੇ ਬੰਦਾ ਆਖੇ ਡੰਗਰਾਂ ਦੇ ਉੱਤੋਂ ਆ ਕੇ ਕੋਠੇ ਡੇਰੇ ਡੂਰੇ ਬਣ ਜਾਣ ਤੋਂ ਨਹੀਂ ਬਣਦੇ। ਇਹ ਤਾਂ ਸਿਰਫ ਇੱਕ ਪਿਓ ਦਾਦੇ ਦਾ ਨਾਮ ਬਾਦ ਰੱਖਿਆ। ਹੁਣ ਇਹ ਦੱਸੋ ਕਿ ਇਹ ਡੇਰਾ ਤੁਸੀਂ ਜਿਹੜਾ ਬਣਾਇਆ ਵੇ ਇਹ 2 ਸਾਲ ਪਹਿਲੇ ਬਣਾਇਆ? ਆਹੋ, ਇਹ 2 ਸਾਲ ਪਹਿਲਾਂ ਬਣੇ। ਤੇ ਇਹਦੇ ਤੇ ਤੁਹਾਡਾ ਕਿੰਨਾ ਖਰਚਾ ਆ ਗਿਆ? 10-12 ਲੱਖ ਹੈ। ਕਿੰਨੀ ਜਗ੍ਹਾ ਤੁਸੀਂ ਵਲੀ ਹੈ? ਇਹ ਥਾਂ ਡੇਰੇ ਵਾਲਾ ਸਾਰਾ 2 ਕਿਰਾਣਾ। ਇਹਦੇ ਚ ਕਿੰਨੇ ਡੰਗਰ ਪਹੁੰਚਾ ਸਕਦੇ ਹੋ? ਇਹਦੇ ਜਿਹਦੇ ਕੋਈ ਅੱਲਾ ਦੀ ਮਿਹਰਬਾਨੀ ਨਾਲ 50 ਹੀ ਪਚ ਜੇ। ਠੀਕ ਹੋ ਗਿਆ। ਤੇ ਤੁਸੀਂ ਕੀ ਮੁਸਤਕਬਲ ਚ ਆਪਣਾ ਕੰਮ ਵਧਾਓਗੇ ਜਾਂ ਮਜ਼ੀਦ ਅੱਗੋਂ ਘਟਾਵਾਂਗੇ? ਕੀ ਵਜ੍ਹਾ ਹੈ? ਸਮਝ ਨਹੀਂ ਆਉਂਦੀ। ਅੱਛਾ, ਹਾਂਜੀ। ਲੇਕਿਨ ਹਰ ਬੰਦੇ ਨੇ ਕੁਝ ਨਾ ਕੁਝ ਤਾਂ ਕਰਨਾ ਹੈ ਭਾਈ ਜੀ। ਹੁਣ ਤੇ ਜਿਹੜਾ ਬੰਦਾ ਸ਼ਹਿਰ ਫੈਕਟਰੀ ਜਾਂਦਾ ਉਹ 20-25 ਹਜ਼ਾਰ ਲੈ ਆਉਂਦਾ। ਅੱਛਾ, ਇਹ ਪੱਲਿਓਂ ਮਾਲ ਪੈ ਪੈਂਦਾ ਮਹਿੰਗਾਈ ਦੀ ਵਜ੍ਹਾ ਤੋਂ? ਹਾਂਜੀ। ਅੱਗੋਂ ਸਾਡੀ ਨਸਲ 'ਚ ਬੰਦਾ ਕੰਮ ਨਹੀਂ ਕਰਦਾ। ਉਹ ਆਂਦੇ ਨੇ ਤੁਹਾਂ ਸੇੜਿਆ ਤੁਸੀਂ ਕਰੋ। ਯਾਨੀ ਇਹ ਵੀ ਇੱਕ ਮਸਲਾ ਹੈ ਵੇ। ਹਾਂਜੀ।
ਨਵੇਂ ਲੋਕ ਨਹੀਂ ਕਰਨਾ ਚਾਹੁੰਦੇ, ਨਵੀਂ ਅੱਗੋਂ ਆਉਣ ਵਾਲੀ ਨਸਲ ਨਹੀਂ ਕਰਦੀ। ਲੇਕਿਨ ਜਿਹੜਾ ਇੱਕ ਬੰਦਾ ਕੱਖ ਵੀ ਨਹੀਂ ਕਰ ਸਕਦਾ ਉਹ ਤੇ ਇਹ ਕਰੇਗਾ ਨਾ। ਨਹੀਂ ਕਰੇਗਾ ਨਾ, ਉਸ ਬੰਦੇ ਕੋ ਬਹਿ ਕੇ ਪੱਠੇ ਵੱਢੇ ਜਾਣੇ, ਨਾ ਧਾਰ ਨਿਕਲਣੀ, ਉਹਨੇ ਕੀ ਕਰਨਾ। ਇਸ ਕੰਮ 'ਚ ਫਿਰ ਕਿਸ ਤਰ੍ਹਾਂ ਬਿਹਤਰੀ ਆਏ, ਯਾਨੀ ਕਿਸਾਨ ਕਿਸ ਤਰ੍ਹਾਂ ਬਿਹਤਰੀ ਲੈ ਕੇ ਆਉਣ ਤੇ ਹਕੂਮਤ ਦਾ ਕੀ ਕਿਰਦਾਰ ਹੋਏ ਤਾਂ ਕਿ ਇਹ ਕੰਮ ਜਿਹੜਾ ਚੱਲਦਾ ਰਹੇ? ਹਕੂਮਤ ਦਾ ਇੱਕੋ ਹੀ ਇਹ ਸਿਰਫ ਮਹਿੰਗਾਈ ਘਟਾਉਣ, ਫਿਰ ਕੋਈ ਜ਼ਿਮੀਦਾਰ ਨੂੰ ਸਮਝ ਆਏਗੀ, ਫਿਰ ਮਜ਼ੀਦ ਇਹ ਕੰਮ ਕਰੇਗਾ। ਤੇ ਜ਼ਿਮੀਦਾਰ ਨੂੰ ਸਬਸਿਡੀ ਵੀ ਦੇਵੇ, ਹਾਂਜੀ, ਨਾਲ ਇਸ ਕੰਮ ਦੇ ਵਿੱਚ ਰੇਟ ਸ਼ੇਟ ਵੀ ਦੁੱਧ ਦਾ ਵਧੇ, ਫਿਰ ਇਹ ਰਹਿ ਸਕਦਾ ਮੇਨਟੇਨ, ਫਿਰ ਰਹਿ ਸਕਦਾ। ਠੀਕ ਹੋ ਗਿਆ ਸਰ। ਤੁਸੀਂ ਬੜੀ ਅਹਿਮ ਗੱਲਾਂ ਦੱਸੀਆਂ ਨੇ ਔਰ ਬੜੇ ਦਿਲ ਦਾ ਆਪਣਾ ਗੁਬਾਰ ਕੱਢਿਆ, ਬੜੀ ਜ਼ਬਰਦਸਤ ਤੁਹਾਨੂੰ ਗੱਲ ਦੱਸੀ ਹੈ। ਹੁਣ ਆਖਰੀ ਗੱਲ ਇਹ ਦੱਸੋ ਕਿ ਇਹ ਜਿਹੜਾ ਤੁਹਾਡਾ ਕੰਮ ਹੈ, ਅਗਰ ਕੋਈ ਕਰਨਾ ਚਾਹੇ ਤੇ ਉਹ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਵਿੱਚ ਲਾਏ, ਵਗਰਨਾ ਇਹ ਕੰਮ ਨਹੀਂ ਚੱਲ ਸਕਦਾ। ਚਲੋ ਠੀਕ ਹੈ ਜੀ, ਜਿਸ ਬੰਦੇ ਨੇ ਹੱਥੀਂ ਆਪੀ ਕੰਮ ਕਰਨਾ ਉਹ ਬੰਦਾ ਇਹ ਕੰਮ ਕਰ ਸਕਦਾ। ਜੇ ਬੰਦਾ ਆਖੇ ਮੈਂ ਮੁਲਾਜ਼ਮਾਂ ਕੋਈ ਕੰਮ ਕਰਵਾਵਾਂ, ਉਹਨੂੰ ਕੁਝ ਨਾ ਲੱਭੇਗਾ। ਠੀਕ ਹੋ ਗਿਆ, ਇਹੀ ਗੱਲ ਪੁੱਛਣਾ ਚਾਹ ਰਿਹਾ। ਬਹੁਤ ਸ਼ੁਕਰੀਆ ਸਰ, ਅਸਲਾਮ ਵਾਲੇਕੁਮ।